यूक्रेन रूस युद्ध को लगभग 4 साल हो गए हैं और इस युद्ध के दरमियान हालात ऐसे भी बने कि इजराइल ने देश के बाहर के लोगों को जबरन या ज्यादा पैसे का लालच देकर सेना में भर्ती करवाया। भारत सरकार के आधिकारिक आंकड़ों की माने तो 2022 से लेकर अब तक कुल 202 भारतीय नागरिक रूसी सेना में भर्ती हो चुके हैं। और इसी से जुड़ी आपको आज एक कहानी बताते हैं लुधियाना के समरजीत सिंह की। 21 साल के समरजीत सिंह पढ़ाई के लिए रूस गए थे और यूक्रेन में युद्ध के दौरान सेना में उन्हें भर्ती करवाया गया और इन दोनों देशों के बीच युद्ध के बीच समरजीत सिंह सितंबर 2025 को ड्रोन हमले में शहीद हो गए। परिवार की कोशिशों की वजह से 2 दिन पहले ही परिवार को समरजीत सिंह की डेड बॉडी ले जाने के बारे में रशियन एम्बेसी से अब कॉल आया, जिसके बाद परिवार वाले कल एयरपोर्ट से डेड बॉडी लेकर आए हैं और आज समरजीत का अंतिम संस्कार किया गया है। बेसिकली ना ये बच्चा ਜਿਹੜਾ ਜਿਸ ਦੀ ਡੈਥ ਹੋਈ ਆ ਸਮਰਜੀਤ ਸਿੰਘ ਇਹ ਸਟੱਡੀ ਵੀਜ਼ੇ ਤੇ ਮਾਸਕੋ ਗਿਆ ਸੀਗਾ। ਉਸ ਦੌਰਾਨ ਇਸ ਦੀ ਇਹਨੂੰ ਨਾ ਇੱਕ ਏਜੰਟ ਦੇ ਥਰੂ ਇਹਦੀ ਭਰਤੀ ਹੋ ਗਈ ਹੈ ਆਰਮੀ ਦੇ ਵਿੱਚ। ਠੀਕ ਹੈ, ਉਹ ਆਰਮੀ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਯੂਕਰੇਨ ਦੇ ਬਾਰਡਰ ਦੇ ਉੱਤੇ ਡੋਨਟਸਕ ਨਾਂ ਦੇ ਸਟੇਟ ਦੇ ਵਿੱਚ ਇਸ ਦੀ ਡੈਥ ਹੋ ਗਈ ਹੈ। ਉਸ ਦੇ ਵਿੱਚ ਕੀ ਹੈ ਕਿ ਡਰੋਨ ਅਟੈਕ ਨਾਲ ਜੋ ਇਹਦੀ ਡੈਥ ਹੋਈ ਹੈ, ਜੋ ਇਹਦੇ ਸਰਟੀਫਿਕੇਟਸ ਉੱਥੋਂ ਆਏ ਨੇ ਐਮਬੈਸੀ ਦੇ ਥਰੂ। ਤੇ ਸਾਨੂੰ ਕੱਲ ਅਸੀਂ ਇਹਦੀ ਡੈੱਡ ਬੋਡੀ ਲੈ ਕੇ ਆਏ ਹਾਂ। 10 ਸਤੰਬਰ ਨੂੰ ਇਸ ਦੀ ਡੈਥ ਹੋਈ ਹੈ। ਜੋ ਡੈਥ ਸਰਟੀਫਿਕੇਟ ਆ ਉਹ 10 ਸਤੰਬਰ ਡਿਕਲੇਅਰ ਕਰ ਰਿਹਾ ਹੈ, ਮੀਨਸ ਕਈ ਮਹੀਨੇ ਹੋ ਗਏ ਆ। ਤੇ ਸੈਕੰਡਲੀ ਕੀ ਹੈ ਕਿ ਇਹ ਜਦੋਂ ਮਾਸਕੋ ਗਿਆ ਸੀਗਾ ਉਸ ਤੋਂ ਬਾਅਦ ਸਾਨੂੰ ਇਹਦਾ ਕੰਟੈਕਟ ਬਿਲਕੁਲ ਖਤਮ ਹੋ ਗਿਆ ਸੀਗਾ। ਉਸ ਤੋਂ ਬਾਅਦ ਅਚਾਨਕ ਹੀ ਚਲੋ 10 ਦਿਨ ਪਹਿਲਾਂ ਇਸ ਦਾ ਡੈਥ ਸਰਟੀਫਿਕੇਟ ਆਇਆ। ਉਹ ਸਰਟੀਫਿਕੇਟ ਹੀ ਕਲੀਅਰ ਕਰ ਰਿਹਾ ਕਿ ਇਸ ਦੀ 10 ਸਤੰਬਰ ਨੂੰ ਡੈਥ ਹੋਈ ਹੈ। ਤੇ ਉਸ ਤੋਂ ਬਾਅਦ ਪਰਸੋਂ ਦੇ ਕਰੀਬ ਸਾਨੂੰ ਫਿਰ ਇੱਕ ਮੈਸੇਜ ਆਉਂਦਾ ਕਿ ਤੁਸੀਂ ਆਪਣੀ ਡੈਡ ਬੋਡੀ ਲੈ ਜਾਓ। ਤੇ 에ਅਰਪੋਰਟ ਤੋਂ ਫਿਰ ਅਸੀਂ ਡੈਡ ਬੋਡੀ ਲੈ ਕੇ ਗਏ ਹਾਂ। ਰੀਜ਼ਨ ਕੀ ਹੈ, ਉਹਨਾਂ ਨੇ ਕਿਹਾ ਵੀ ਸਾਡੇ ਕੋਲ 3 ਤੋਂ 4 ਵਜੇ ਤੱਕ ਦਾ ਟਾਈਮ ਹੈ, ਤੁਸੀਂ ਜਿੱਦਾਂ ਮਰਜ਼ੀ ਪਹੁੰਚੋ। ਫਿਰ ਅਸੀਂ ਪਰਿਵਾਰ ਸਮੇਤ ਬੇਟੇ ਦੇ ਫਾਦਰ ਦੇ ਸਾਹਿਬ ਦੇ ਨਾਲ ਬ੍ਰਦਰ ਨਾਲ ਜਾ ਕੇ ਅਸੀਂ ਡੈਡ ਬੋਡੀ ਲੈ ਕੇ ਆਏ। ਅੱਛਾ, ਇਹ ਯੂਕਰੇਨ ਤੇ ਰੂਸ ਦੀ ਜਿਹੜਾ ਜੰਗ ਹੋਈ ਸੀ ਉਹੀ ਹੈ ਜੀ? ਹਾਂਜੀ ਹਾਂ, ਇਹ ਜਿਹੜੀ ਯੂਕਰੇਨ ਤੇ ਰਸ਼ੀਅਨ ਦੀ ਜੰਗ ਹੋਈ ਹੈ ਨਾ, ਉਹਦੇ ਦੌਰਾਨ ਇਹਨਾਂ ਮੁੰਡਿਆਂ ਨੂੰ ਬਾਰਡਰ ਦੇ ਉੱਤੇ ਭੇਜਿਆ ਗਿਆ ਕਿ ਇਹਨਾਂ ਨੂੰ ਕਲੀਅਰ ਹੀ ਨਹੀਂ ਸੀ ਕਿ ਅਸੀਂ ਮਤਲਬ ਇਸ ਜੰਗ ਦੇ ਵਿੱਚ ਜਾਣਾ ਹੈ। ਇਹਨਾਂ ਨੂੰ ਇੱਕ ਮੈਡੀਕਲ ਰਿਲੇਟਡ ਇਹਨਾਂ ਨੂੰ ਕੁਝ ਟ੍ਰੇਨਿੰਗ ਦੇਵਾਂਗੇ, ਫਿਰ ਲੈ ਕੇ ਜਾਵਾਂਗੇ, ਕੁਝ ਕਲੀਅਰ ਹੀ ਨਹੀਂ ਸੀਗਾ। ਅੱਛਾ, ਇੱਕ ਇਹਨਾਂ ਦੇ ਸਾਥੀ ਦੀ ਵੀਡੀਓ ਆਈ ਸੀ, ਉਹਦੇ ਵਿੱਚ ਦੱਸਿਆ ਗਿਆ ਸੀ ਕਿ ਇੱਦਾਂ ਦਾ ਕਰਕੇ ਸਾਨੂੰ ਜੰਗ ਦੇ ਵਿੱਚ ਭੇਜਿਆ ਗਿਆ। ਤੁਹਾਨੂੰ ਪਤਾ ਲੱਗ ਗਿਆ ਸੀ, ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਹਨਾਂ ਨੂੰ ਆਪਾਂ ਕੰਮ ਦੇ ਲਈ ਭੇਜਿਆ ਸੀ? ਹਾਂਜੀ ਬਿਲਕੁਲ, ਇਹ ਸਟੱਡੀ ਵੀਜ਼ੇ ਤੇ ਗਿਆ ਸੀ। ਇਹ ਫਸਟ ਈਅਰ ਦੇ ਵਿੱਚ ਰਸ਼ੀਅਨ ਲੈਂਗੁਏਜ ਦੀ ਸਟੱਡੀ ਕਰ ਰਿਹਾ ਸੀ। ਉਸ ਤੋਂ ਬਾਅਦ ਇਹਨੇ ਨੈਕਸਟ ਸਟੱਡੀ ਕਰਨੀ ਸੀ। ਸਰ, ਹੁਣ ਜਿਹੜੀ ਇੱਥੇ ਡੈਥ ਹੋਈ ਆ, ਇਹ ਕੋਈ ਡਰੋਨ ਨਾਲ ਹੋਈ ਹੈ ਜਾਂ ਗੋਲੀ ਲੱਗੀ? ਦੇਖੋ, ਇਹ ਡਰੋਨ ਅਟੈਕ ਸਾਨੂੰ ਜਿਹੜੇ ਇਹਦੇ ਨਾਲ ਮੁੰਡਿਆਂ ਦੀ ਡੈਥ ਹੋਈ ਆ, ਹਰਿਆਣੇ ਦੇ ਮੁੰਡਿਆਂ ਦੀ ਡੈਥ ਹੋਈ ਆ, ਉਹਨਾਂ ਦੇ ਬ੍ਰਦਰ ਨਾਲ ਮੇਰੀ ਹੁਣੇ ਗੱਲ ਹੋਈ ਸੀ। ਤਾਂ ਉਹਨਾਂ ਨੇ ਜੋ ਆਪਣੀ ਛਾਣਬੀਣ ਕੀਤੀ, ਉਸ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਇਹ ਡਰੋਨ ਅਟੈਕ ਦੇ ਵਿੱਚ ਯੂਕਰੇਨ ਬਾਰਡਰ ਦੇ ਉੱਤੇ ਡੋਨਟਸਕ ਸਟੇਟ ਦੇ ਵਿੱਚ ਇਹਨਾਂ ਦੀ ਸਾਰੇ ਮੁੰਡੇ ਦੀ ਡੈਥ ਹੋਈ ਆ। ਅੱਛਾ, ਭਾਰਤ ਸਰਕਾਰ ਤੋਂ ਕਿੱਦਾਂ ਦੀ ਮੰਗ ਕਰਦੇ? ਪਰਿਵਾਰ ਦੀ ਆਰਥਿਕ ਹਾਲਤ ਜੇ ਦੇਖਿਆ ਜਾਵੇ ਤਾਂ ਦੇਖੋ, ਪਰਿਵਾਰ ਦੀ ਆਰਥਿਕ ਹਾਲਤ ਤੁਹਾਨੂੰ ਦੱਸਦਾ ਵੀ ਇਹਨਾਂ ਦੇ ਫਾਦਰ ਸਾਹਿਬ ਇੱਕ ਪਰਚੂਨ ਦੀ ਦੁਕਾਨ ਤੇ ਮਦਰ ਇੱਕ ਨਰਸਿੰਗ ਦੀ ਡਿਊਟੀ ਕਰਦੇ ਆ। ਬਹੁਤ ਗਰੀਬ ਪਰਿਵਾਰ ਹੈ। ਇਕੱਲਾ ਮੁੰਡਾ ਸੀ? ਇਹ 2 ਬੇਟੇ ਆ ਜੀ। ਇਹ ਬੇਟਾ ਬੜਾ ਸੀਗਾ। ਭਾਰਤ ਸਰਕਾਰ ਜਾਂ ਯੂਕਰੇਨ ਸਰਕਾਰ ਨੇ ਕੋਈ ਗੱਲਬਾਤ ਜਾਂ ਸਾਨੂੰ ਨਾ ਇਸ ਤਰ੍ਹਾਂ ਦੀ ਕੋਈ ਡਾਕੂਮੈਂਟੇਸ਼ਨ ਬਾਰੇ ਕਲੈਰਿਟੀ ਨਹੀਂ ਹੈਗੀ। ਸਾਡੀ ਮੰਗ ਹੈ ਕਿ ਸਾਨੂੰ ਇੱਕ ਚੀਜ਼ ਦਾ ਥੋੜੀ ਜਾਣਕਾਰੀ ਦਿੱਤੀ ਜਾਵੇ ਕਿ ਇਹ ਚੀਜ਼ ਅਗਰ ਕੋਈ ਮੁਆਵਜ਼ੇ ਦੀ ਮੰਗ ਹੈ ਸਾਡੀ ਬਹੁਤ। ਸੈਕੰਡ ਲਾਈਨ ਸਾਡੀ ਇਹ ਹੈ ਕਿ ਕੋਈ ਹੋਰ ਬੱਚਿਆਂ ਨੂੰ ਗੁੰਮਰਾਹ ਕਰਕੇ ਕੋਈ ਲੈ ਕੇ ਨਾ ਜਾਵੇ, ਜਾਂ ਕੋਈ ਵੀ ਇਹੋ ਜਿਹੇ ਏਜੰਟ ਜਾਂ ਸੰਸਥਾਵਾਂ ਨੇ ਉਹਨਾਂ ਤੋਂ ਦੂਰ ਰਿਹਾ ਜਾਵੇ। ਜਿਹੜੇ ਏਜੰਟ ਨੇ ਉਰੇ ਭੇਜਿਆ ਸੀਗਾ ਉਹਦੇ ਖਿਲਾਫ ਵੀ ਕੋਈ ਕਾਰਵਾਈ ਦੀ? ਦੇਖੋ, ਉਹਦੇ ਖਿਲਾਫ ਦਾ ਕੀ ਕਾਰਨ ਹੈ ਨਾ, ਉਹਨਾਂ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ। ਉਹਨਾਂ ਨੇ ਸਟੱਡੀ ਵੀਜ਼ਾ ਲਾ ਕੇ ਭੇਜਿਆ ਸੀ, ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਆਪਣੇ ਬੇਸ ਤੇ ਸਾਫ਼ ਇਨਕਾਰ ਕਰਤਾ। ਸਾਡਾ ਕੋਈ ਇਹਦੇ ਵਿੱਚ ਰੋਲ ਨਹੀਂ ਹੈ। ਪਤਾ ਲੱਗ ਪਾਇਆ ਕਿ ਕਿੰਨੇ ਕੁ ਨੌਜਵਾਨਾਂ ਦੀ ਮੌਤਾਂ ਹੋਈਆਂ? ਅੰਦਾਜ਼ਾ ਸਰ ਇਹਨਾਂ ਦੇ ਗਰੁੱਪ 'ਚੋਂ 8 ਜਣੇ ਦੀ ਹੋਈ ਆ। ਤੇ ਬਾਕੀ ਟੋਟਲ ਕਿੰਨੇ ਆ ਸਟੂਡੈਂਟ ਸੀ ਜਾਂ ਕੋਈ ਅਦਰ ਪਰਸਨ ਨੇ, ਇਹਦੇ ਬਾਰੇ ਕੋਈ ਕਲੀਅਰ। ਕੋਈ ਅਪੀਲ ਭਾਰਤ ਸਰਕਾਰ ਨੂੰ ਤੁਹਾਡੇ ਵੱਲੋਂ? ਭਾਰਤ ਸਰਕਾਰ ਨੂੰ ਅਪੀਲ ਇਹ ਹੈ, ਦੇਖੋ ਅਗਰ ਇਸ ਤਰ੍ਹਾਂ ਦੀ ਕੋਈ ਜੋ ਚੀਜ਼ਾਂ ਹੋ ਰਹੀਆਂ ਨੇ, ਉਹਨਾਂ ਦੀ ਕੋਈ ਐਕਟੀਵਿਟੀਆਂ ਐਸੀਆਂ ਸਟਾਰਟ ਕਰਨੀਆਂ ਚਾਹੀਦੀਆਂ ਨੇ ਕਿ ਉਹ
ਅਗਰ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਕੰਟਰੀ ਦੇ ਵਿੱਚ ਕੋਈ ਆਰਮੀ ਦੇ ਵਿੱਚ ਜਾਂ ਕੰਟਰੈਕਟ ਬੇਸਡ ਆਰਮੀ ਦੇ ਵਿੱਚ ਬੱਚਾ ਜਾਂਦਾ ਉਹ ਇੰਡੀਅਨ ਸੰਸਥਾ ਨੂੰ ਕਿਸੇ ਨੂੰ ਵੀ ਇਨਫੋਰਮ ਕਰਕੇ ਜਾਣਾ ਚਾਹੀਦਾ। ਹੁਣ ਬੱਚਿਆਂ ਨੂੰ ਕੀ ਪਤਾ ਕਿ ਉਮਰ ਉਸ ਦੀ 20 ਤੋਂ 21 ਸਾਲ ਸੀ। ਪਰਿਵਾਰ 'ਚ ਹੁਣ ਪਿੱਛੇ ਕੌਣ ਰਹਿ ਗਿਆ ਹੈ? ਪਰਿਵਾਰ ਦੇ ਵਿੱਚ ਜੀ ਇੱਕ ਛੋਟਾ ਬੱਚਾ ਹੈ ਤੇ ਮੰਮੀ ਤੇ डैडी ने उससे जी। ठीक है। मृतक समरजीत सिंह के रिश्तेदार के मुताबिक समरजीत सिंह रूस में पढ़ाई करने गया था, लेकिन उसे यूक्रेन में युद्ध के लिए उकसाया गया और लालच देकर सेना में भर्ती कर लिया गया। उन्होंने कहा कि इस युद्ध में पंजाब के कई नौजवान शहीद हुए हैं, जिसमें समरजीत सिंह भी एक हैं। रिश्तेदार का ये भी कहना है कि परिवार में उनके माता पिता, एक भाई हैं और समरजीत परिवार के बड़े बेटे थे जो शहीद हो गए। इसी बीच उन्होंने कहा कि उन्हें सितंबर में इस बारे में जानकारी मिली थी कि ड्रोन हमले के जरिए उसकी हत्या की गई है, लेकिन इसके बाद उन्होंने केंद्र सरकार और रूसी दूतावास से बात करने की बहुत कोशिश की और अब जाकर उन्हें समरजीत की डेड बॉडी मिली है। रिश्तेदार अमरीक सिंह का कहना है कि आज उनका अंतिम संस्कार किया गया है और इसी बीच परिवार ने केंद्र सरकार से दखल देकर आर्थिक मदद की मांग की है। ये सिर्फ समरजीत सिंह की कहानी नहीं, ऐसे कई पंजाबियों की कहानी है जिन्हें लालच दिया गया और उन पतंदरों ने परिवार को अच्छी लाइफ देने के मन से रूसी सेना में शामिल होना जायज समझा। कई कहानियां ऐसी भी सुनने को मिली जिसमें भारतीय लोगों को हेल्पर, क्लीनर या सुरक्षा गार्ड जैसी गैर सैन्य नौकरियों का लालच देकर रूस ले जाया गया। रूस पहुंचते ही उनके पासपोर्ट छीन लिए गए और उन्हें रूसी भाषा के अनुबंधों में, जिनके बारे में कोई जानकारी नहीं थी, जबरन हस्ताक्षर करवाए गए। मात्र 15 से 16 दिनों के बुनियादी परीक्षण के बाद उन्हें डोनबास जैसे खतरनाक युद्ध क्षेत्रों में फ्रंट लाइन पर भेज दिया गया। बहरहाल भारतीय एजेंसियां उन एजेंट्स के खिलाफ कार्रवाई कर रही हैं, जो युवाओं को नौकरी के नाम पर युद्ध क्षेत्र में भेज रहे थे। लेकिन 21 साल के नौजवान का यूं जाना परिवार को बुरी तरीके से तोड़ चुका है। समरजीत जैसे कई नौजवान होंगे जो कभी वापस नहीं आएंगे, लेकिन युद्ध के नाम पर मानवता को शर्मसार करने वाली कई कहानियां आपको सुनाई देती रहेंगी।